ਆਦਿ ਨਿਰੰਜਨ ਹੈ ਗੁਰੂ ਨਾਨਕ, ਕਾਲ ਕੀ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰਮ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੀ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਧਨਾਸਰੀ ਮਹੱਲਾ ਪੰਜਵਾ। ਦਰਬਵੰਤ ਦਰਬ ਦੇਖ ਗਰਬੈ, ਭੂਮਵੰਤ ਅਭਿਮਾਨੀ। ਰਾਜਾ ਜਾਣੈ ਸਗਲ ਰਾਜ ਹਮਰਾ, ਤਿਉ ਹਰਿ ਜਨ ਟੇਕ ਸੁਆਮੀ। ਦਰਬਵੰਤ ਦਰਬ ਦੇਖ ਗਰਬੈ, ਭੂਮਵੰਤ ਅਭਿਮਾਨੀ। ਰਾਜਾ ਜਾਣੈ ਸਗਲ ਰਾਜ ਹਮਰਾ, ਤਿਉ ਹਰਿ ਜਨ ਟੇਕ ਸੁਆਮੀ। ਜੇ ਕੋ ਆਪਣੀ ਓਟ ਸੰਭਾਰੈ, ਜੈਸਾ ਬਿਤ ਤੈਸਾ ਹੋਇ ਵਰਤੈ। ਆਪਣਾ ਬਲ ਨਹੀਂ ਹਾਰੈ, ਰਹਾਉ ਆਨ ਤਿਆਗ ਭਏ ਇਕ ਆਸਰ। ਸਰਨ ਸਰਨ ਕਰ ਆਏ, ਸੰਤ ਅਨੁਗ੍ਰਹਿ ਭਏ ਮਨ ਨਿਰਮਲ। ਨਾਨਕ ਹਰਿ ਗੁਣ ਗਾਏ, ਆਨ ਤਿਆਗ ਭਏ ਇਕ ਆਸਰ। ਸਰਨ ਸਰਨ ਕਰ ਆਏ, ਸੰਤ ਅਨੁਗ੍ਰਹਿ ਭਏ ਮਨ ਨਿਰਮਲ। ਨਾਨਕ ਹਰਿ ਗੁਣ ਗਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਤਸਲ ਕਰੁਣਾ ਨਿਧਾਨ, ਦੀਨਾ ਬੰਧੂ ਪਤਿਤ ਪਾਵਨ। ਜਗਤ ਗੁਰੂ ਨਿਰੰਜਨੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ, ਪ੍ਰਬੰਧਕਾਂ ਦੇ ਸ੍ਰੇਸ਼ਟ ਉਦਮ ਨੂੰ ਮੁੱਖ ਰੱਖਦਿਆਂ ਹੋਇਆਂ, ਸ਼ਾਮ ਦੇ ਦੀਵਾਨਾਂ ਵਿੱਚ ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ ਸਾਹਿਬ ਜੀ ਤੋਂ ਆਪ ਬੜੇ ਪਿਆਰ ਸਤਿਕਾਰ ਦੇ ਸਹਿਤ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਪਵਿੱਤਰ ਰਚਨਾ ਗੁਰਪ੍ਰਤਾਪ ਸੂਰਜ ਵਿੱਚੋਂ ਜੋ ਕਥਾ ਜਾਰੀ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਰਚਨਾ ਬਾਰੇ ਜੁਦੇ ਜੁਦੇ ਪ੍ਰਸੰਗ ਸਮੇਂ ਨਾਲ ਆ ਰਹੇ ਹਨ। ਅੱਜ ਦੇ ਵਖਿਆਨ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਆਰੰਭਤਾ ਬਾਰੇ ਦੱਸਿਆ ਜਾ ਰਿਹਾ ਸੀ ਕਿ ਸਤਿਗੁਰੂ ਜੀ ਨੇ ਪਹਿਲਾਂ 4 ਗੁਰੂ ਸਾਹਿਬਾਂ ਦਾ ਮੰਗਲਾਚਰਨ ਕਰਨ ਤੋਂ ਬਾਅਦ 24 ਸ਼ਲੋਕ ਹਨ ਤੇ 24 ਅਸ਼ਟਪਦੀਆਂ ਹਨ। ਇੱਕ ਅਸ਼ਟਪਦੀ ਦੇ ਵਿੱਚ 8 ਪੌੜੀਆਂ ਹਨ, 10-10 ਪੰਗਤੀਆਂ ਹਨ।
ਤੇ ਸਮਝੋ 10 ਜਿਹੜੀਆਂ ਪੌੜੀਆਂ ਉਹਨਾਂ ਦੇ ਵਿੱਚ ਵੀ ਜੁਦੇ ਜੁਦੇ ਬਹੁਤ ਸੁੰਦਰ ਚੰਦਾਬੰਦੀ ਦੇ ਵਿੱਚ ਨਿਯਮ ਰੱਖ ਕੇ ਇੱਕ ਇੱਕ ਸਮਝੋ ਅਧਿਆਇ ਹੀ ਹੈ, ਬਹੁਤ ਵਧੀਆ ਵਿਆਖਿਆ ਕੀਤੀ ਹੈ। ਔਰ ਹਰ ਪੱਖ ਤੋਂ ਸਤਿਗੁਰੂ ਜੀ ਨੇ ਕਿਰਪਾਲਤਾ ਕੀਤੀ ਹੈ। ਉਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ, ਕੋਈ ਵੇਦਾਂਤੀ ਆਇਆ ਕਿ ਵੇਦਾਂਤ ਬਾਰੇ ਕੋਈ ਵਿਚਾਰ ਕਰਨੀ ਹੈ। ਕੁਦਰਤੀ ਮਹਾਂਪੁਰਖ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਕਰ ਰਹੇ ਸੀ ਉਹਨਾਂ ਦਿਨਾਂ ਵਿੱਚ। ਜਦੋਂ ਉਸਨੇ ਗੁਰੂ ਮਹਾਰਾਜ ਦੇ ਚਰਨਾਂ 'ਚ ਧਿਆਨ ਨਿਸਚਿਤ ਹੋ ਕੇ ਕਥਾ ਸੁਣੀ, ਕਹਿਣ ਲੱਗਾ, ਮਹਾਂਪੁਰਖੋ, ਅੱਜ ਤਾਂ ਤੁਸੀਂ ਨਿਰੋਲ ਹੀ ਵੇਦਾਂਤ ਸੁਣਾਇਆ। ਭਾਵ ਇਤਨਾ ਵੱਡਾ ਗਿਆਨ ਦਾ ਸੋਮਾ ਹੈ। ਇਸ ਬਾਣੀ ਦੇ ਵਿੱਚ ਜੋ ਪਰੰਪਰਾ ਚੱਲਦੀ ਹੈ ਗਿਆਨੀ ਪੁਰਸ਼ਾਂ ਵਿੱਚ, ਇਹਦੇ 24,000 ਅਕਸ਼ਰ ਹਨ। ਇਹ 24,000 ਸਵਾਸ ਰੱਖੇ ਹੈ। ਕੁਝ ਘੱਟ ਵੱਧ ਵੀ ਹੁੰਦੇ ਰਹਿੰਦੇ ਹੈ। ਇਹ ਬਾਣੀ ਦਾ ਪਾਠ ਕਰਨ ਨਾਲ ਸਾਡੇ 24,000 ਸਵਾਸਾਂ ਦੀ ਸਫਲਤਾ ਹੁੰਦੀ ਹੈ। ਸੁੱਖਾਂ ਦੀ ਮਣੀ ਹੈ, ਸੁੱਖਾਂ ਨੂੰ ਦੇਣ ਵਾਲੀ ਹੈ। ਔਰ ਜਿੱਥੇ ਨਿਤਨੇਮ ਦੀਆਂ ਬਾਣੀਆਂ ਅਸੀਂ ਕਰਦੇ ਹਾਂ, ਸ਼੍ਰੀ ਜਪਜੀ ਸਾਹਿਬ, ਜਾਪ ਸਾਹਿਬ, ਅੰਮ੍ਰਿਤ ਸਵੇਈਏ, ਚੌਪਈ, ਆਨੰਦ ਸਾਹਿਬ, ਸ਼ਾਮ ਨੂੰ ਸ਼੍ਰੀ ਰਹਿਰਾਸ ਆਰਤੀ ਜਾਂ ਕੀਰਤਨ ਸੋਹਲਾ, ਕੀਰਤਨ ਵਾਸਤੇ ਸ਼੍ਰੀ ਆਸਾ ਜੀ ਦੀ ਵਾਰ, ਔਰ ਸੁਖਮਨੀ ਸਾਹਿਬ ਵੀ ਬਹੁਤ ਪ੍ਰੇਮੀਆਂ ਦਾ ਨਿਤਨੇਮ ਹੈ। ਇਸ ਵਾਸਤੇ ਆਮ ਗੁਰੂ ਘਰਾਂ 'ਚ ਵੀ 8ਵੇਂ ਦਿਨ ਜਾਂ ਅੱਗੇ ਪਿੱਛੇ ਵੀ ਸੁਖਮਨੀ ਸੁਸਾਇਟੀਆਂ ਵੀ ਬਣੀਆਂ, ਵਿਸ਼ੇਸ਼ ਤੌਰ 'ਤੇ ਜਿਹੜੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਮਾਈ ਭਾਈ ਕਰਦੇ ਹੈ। ਹੁਣੇ ਗਿਆਨੀ ਜੀ ਅੰਮ੍ਰਿਤਸਰ ਸਾਹਿਬ ਦੀ ਮਹਾਨਤਾ ਬਾਰੇ ਦੱਸਦੇ ਸੀ। ਤਕਰੀਬਨ ਜਿਤਨੇ ਵੀ ਸਥਾਨ ਹੈ, ਉੱਥੇ ਆਪ ਜੀ ਨੂੰ ਸੁਖਮਨੀ ਸਾਹਿਬ ਜੀ ਦੇ ਗੁਟਕਾ ਸਾਹਿਬ ਜ਼ਰੂਰ ਪ੍ਰਾਪਤ ਹੋਣਗੇ। ਅਤੇ ਸ਼ਹਿਰ ਦੇ ਮਾਈ ਭਾਈ ਜਾਂ ਹੋਰ ਵੀ ਪ੍ਰੇਮੀ ਜੋ ਹੋਣ ਵਾਲੇ ਹੈ, ਜਦੋਂ ਵੀ ਤੁਸੀਂ ਦੇਖੋਗੇ ਹਰ ਸਥਾਨ 'ਤੇ ਵਿਸ਼ੇਸ਼ ਕਰਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਬੜੇ ਪਿਆਰ ਦੇ ਨਾਲ ਪਾਠ ਕਰਦੇ ਹੈ। ਜਿੱਥੇ ਬਾਣੀ ਰਾਮਸਰ ਆਚਾਰੀ ਹੈ, ਉੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ, ਮਹਾਰਾਜ ਪ੍ਰਕਾਸ਼ ਹੁੰਦੇ ਹੈ। ਬੇਰੀ ਸਾਹਿਬ ਦਾ ਵੀ ਚਿੰਨ੍ਹ ਹੈ, ਸਰੋਵਰ ਸਾਹਿਬ ਵੀ ਹੈ। ਉੱਥੇ ਵੀ ਮਾਈ ਭਾਈ ਕੋਈ ਦਿਨ ਨਿਯੁਕਤ ਕੀਤੇ ਹੈ, ਜਿਸ ਦਿਨ ਸੰਗਤ ਬਹਿ ਕੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹੈ। ਨਾਲ ਹੀ ਬਾਬਾ ਦੀਪ ਸਿੰਘ ਜੀ ਦਾ ਉਸ ਸਥਾਨ 'ਤੇ ਤਾਂ ਨਜ਼ਾਰਾ ਦੇਖਣ ਵਾਲਾ ਹੀ ਹੁੰਦਾ ਕਿ ਸਟੇਜ ਦੇ ਉੱਤੇ ਬਾਹਰ ਉੱਚੀ ਜਗ੍ਹਾ 'ਤੇ 3 ਜਾਂ 4 ਸਿੰਘ ਬੈਠ ਕੇ ਬੜੀ ਸੁਰ ਵਿੱਚ ਉਹ ਪਹਿਲਾਂ ਪੰਗਤੀ ਬੋਲਦੇ ਆ, ਅਤੇ ਸੰਗਤਾਂ ਵੀ ਕਈ ਵਾਰੀ ਹਜ਼ਾਰਾਂ ਦੀ ਤਾਦਾਦ ਵਿੱਚ ਹੋ ਜਾਂਦੀਆਂ। ਇਕੱਲੇ ਇਕੱਲੇ ਕੋ ਗੁਟਕਾ ਸਾਹਿਬ ਹੁੰਦੇ ਆ। ਬੜੇ ਪਿਆਰ ਦੇ ਨਾਲ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਨਿਤਨੇਮ ਕਰਦੇ ਆ। ਇਹ ਬਾਣੀ ਵੀ ਸਿੱਖ ਜਗਤ ਵਿੱਚ ਬੜੀ ਹਰਮਨ ਪਿਆਰੀ ਹੈ। ਬਲਕਿ ਦੇਖਿਆ ਜਾਏ ਦੂਸਰੀਆਂ ਸੰਪਰਦਾਵਾਂ 'ਚ ਵੀ ਸੁਖਮਨੀ ਸਾਹਿਬ ਦਾ ਪਾਠ ਬਹੁਤ ਪ੍ਰੇਮੀ ਕਰਦੇ ਆ। ਮੈਂ ਸੰਤ ਮਹਾਂਪੁਰਖਾਂ ਕੋਲ ਵਿੱਦਿਆ ਪੜ੍ਹਦਾ ਸੀ। ਕਈ ਭੇਖਾਂ ਦੇ ਸਾਧੂ ਉਹਨਾਂ ਕੋਲ ਆਉਣੇ, ਉਹਨਾਂ ਨੇ ਫਿਰ ਪੰਜਾਬੀ, ਗੁਰਮੁਖੀ ਜਾਂ ਹਿੰਦੀ ਵਿੱਚ ਸੰਤਾਂ ਤੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਗੁਟਕੇ ਲੈ ਕੇ ਜਾਣੇ। ਭਾਵ ਇਹ ਬਾਣੀ ਬਹੁਤ ਹਰਮਨ ਪਿਆਰੀ ਹੈ। ਤੋ ਆਪ ਜੀ ਵੀ ਇੱਥੇ ਦਿਨ ਰੱਖਿਆ ਹੋਵੇਗਾ, ਜਿਸ ਦਿਨ ਸਾਰੀ ਸੰਗਤ ਰਲ ਕੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹੋਵੋਗੇ। ਉਹ ਹੁਣ ਇਹ ਵਿਚਾਰ ਚੱਲ ਰਹੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਇਹਨਾਂ ਨੇ ਪਹਿਲਾਂ ਜਦੋਂ ਆਪਾਂ ਸ੍ਰੀ ਤਰਨ ਤਾਰਨ ਤੋਂ ਸਵਾਲ ਨੂੰ ਜਾਈਏ, ਨੂਰਦੀਨ ਪਿੰਡ ਇਹਨਾਂ ਦਾ ਹੈ,
इन्हां दा जन्म स्थान। ਗਿਆਨੀ ਸੰਤ ਸਿੰਘ ਜੀ, ਉਹਨਾਂ ਤੋਂ ਇਹਨਾਂ ਨੇ ਵਿਦਿਆ ਪ੍ਰਾਪਤ ਕੀਤੀ ਹੈ। ਉਹ ਬੜੇ ਵਿਦਵਾਨ ਸਨ। ਸੋ ਵਾਲਮੀਕੀ ਰਮਾਇਣ ਦਾ ਇਹਨਾਂ ਨੇ ਸੰਸਕ੍ਰਿਤ 'ਚੋਂ ਭਾਸ਼ਾ 'ਚ ਛੰਦਾਬੰਦੀ ਵਿੱਚ ਅਨੁਵਾਦ ਕੀਤਾ ਸੀ। ਔਰ ਸੰਸਕ੍ਰਿਤ ਦਾ ਗ੍ਰੰਥ ਆ ਆਤਮ ਪ੍ਰਾਣ, ਉਸ ਦਾ ਵੀ, ਤੇ ਸ੍ਰੀ ਜਪਜੀ ਸਾਹਿਬ ਜੀ ਦਾ ਟੀਕਾ ਲਿਖਿਆ ਨੇ ਗਰਭਗੰਜਨੀ। ਉਹ ਪੰਡਤਾਂ ਨਾਲ ਸ਼ਾਸਤਰ ਅਰਥ ਹੋਏ ਹੈ। ਉਹਦੇ ਵਿੱਚ ਇਹਨਾਂ ਨੂੰ ਦਿਗਵਿਜੈ ਪ੍ਰਾਪਤ ਹੋਈ ਸੀ। ਜਦੋਂ ਇਹਨਾਂ ਗ੍ਰੰਥਾਂ ਨੂੰ ਇਹਨਾਂ ਨੇ ਆਪਣੇ ਉਸਤਾਦ ਨੂੰ ਦਿਖਾਇਆ, ਉਹ ਬੜੇ ਪ੍ਰਸੰਨ ਹੋਏ। ਪਰ ਉਹਨੇ ਕਿਹਾ ਜੇ ਪੂਰੀ ਪ੍ਰਸੰਨਤਾ ਲੈਣੀ ਹੈ ਕਿ ਤੁਸੀਂ 10 ਗੁਰੂਆਂ ਦਾ ਐਸਾ ਇਤਿਹਾਸ ਬਣਾਓ ਜਿਹਦੀ ਕਥਾ ਗੁਰ ਅਸਥਾਨਾਂ 'ਤੇ ਹੋਇਆ ਕਰੇ। ਜਿਵੇਂ ਸਨਾਤਨੀ ਸਮਾਜ ਦੇ ਵਿੱਚ ਭਾਵੇਂ ਅਧਿਆਤਮ ਰਮਾਇਣ ਵੀ ਹੈ, ਵਾਲਮੀਕੀ ਵੀ ਹੈ, ਪਰ ਤੁਲਸੀ ਰਮਾਇਣ ਕਾਫੀ ਹਰਮਨ ਪਿਆਰੀ ਹੋ ਗਈ ਹੈ, ਕਿਉਂਕਿ ਉਹ ਭਾਸ਼ਾ ਵਿੱਚ ਹੈ ਕਿ ਬਹੁਤ ਸੁੰਦਰ ਤੁਲਸੀਦਾਸ ਜੀ ਦੀ ਰਚਨਾ ਹੈ। ਇਸ ਤਰ੍ਹਾਂ ਹਰਮਨ ਪਿਆਰਾ ਗ੍ਰੰਥ ਗੁਰ ਇਤਿਹਾਸ ਦਾ ਤਿਆਰ ਕਰੋ। ਇਸੇ ਤਰ੍ਹਾਂ ਪਟਿਆਲੇ ਮਹਾਰਾਜਾ ਪਟਿਆਲਾ ਨੇ ਕੋਈ ਸਮਾਗਮ ਬੁਲਾਇਆ ਸੀ। ਉਹਦੇ 'ਚ ਬਹੁਤ ਸਾਰੇ ਮਹਾਂਪੁਰਖ ਵੀ, ਵਿਦਵਾਨ ਵੀ, ਰਾਜੇ ਮਹਾਰਾਜੇ ਵੀ ਇਕੱਠੇ ਹੋਏ। ਤੇ ਕੈਂਥਲ ਦੇ ਰਾਜੇ ਉਦੈ ਸਿੰਘ ਜੀ ਉਹ ਵੀ ਆਏ। ਉਹਨਾਂ ਨੇ ਗਿਆਨੀ ਸੰਤ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਕੋਈ ਵਿਦਵਾਨ ਦਿਓ, ਮੈਂ ਚਾਹੁੰਦਾ ਜਿਸ ਤੋਂ 10 ਗੁਰੂਆਂ ਦਾ ਇਤਿਹਾਸ ਛੰਦਾਬੰਦੀ ਵਿੱਚ ਤਿਆਰ ਕਰਾਇਆ ਜਾਏ, ਜਿਸ ਦੀ ਗੁਰ ਅਸਥਾਨਾਂ ਦੀ ਕਥਾ ਕੀਤੀ ਜਾ ਸਕੇ। ਫਿਰ ਗਿਆਨੀ ਸੰਤ ਸਿੰਘ ਜੀ ਨੇ ਭਾਈ ਸੰਤੋਖ ਸਿੰਘ ਜੀ ਨੂੰ ਇਹ ਸੇਵਾ ਲਾ ਕੇ ਉਹਨਾਂ ਨਾਲ ਤੋਰਿਆ ਸੀ। ਉਹਨਾਂ ਨੇ ਇਹਨਾਂ ਨੂੰ ਕੈਂਥਲ ਰਿਆਸਤ ਦੇ ਵਿੱਚ ਕੁਝ ਪਿੰਡ ਵੀ ਦਿੱਤੇ, ਖਰਚ ਵਾਸਤੇ, ਉਪਜੀਵਕਾ ਵਾਸਤੇ ਵੀ ਸਾਧਨ, ਤੇ ਸਵਾਰੀਆਂ ਵੀ ਜੋ ਉਸ ਜ਼ਮਾਨੇ ਦੇ ਸਾਧਨ ਸੀ। ਇਹਨਾਂ ਨੇ ਫਿਰ ਬੜੀ ਮਿਹਨਤ ਨਾਲ ਕੁਝ ਇਤਿਹਾਸ ਮਿਲਿਆ, ਕੁਝ ਸਥਾਨਾਂ 'ਤੇ ਜਾ ਕੇ ਜਾਣਕਾਰੀ, ਜਾਂ ਉੱਥੇ ਜੋ ਬਜ਼ੁਰਗ ਸੀ, ਕਈ ਪਰੰਪਰਾਵਤ ਬਚਨ ਤੁਰੇ ਆਉਂਦੇ ਹੈ, ਬਹੁਤ ਜਾਣਕਾਰੀ ਲੈਣ ਤੋਂ ਬਾਅਦ ਫਿਰ ਸ਼੍ਰੀ ਨਾਨਕ ਪ੍ਰਕਾਸ਼ ਸੂਰੀ ਪ੍ਰਕਾਸ਼ ਜੋ ਗ੍ਰੰਥ ਹੈ 10 ਗੁਰੂਆਂ ਦਾ ਇਤਿਹਾਸ, ਇਹਦੀ ਰਚਨਾ ਕੀਤੀ। ਫਿਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਹਦੇ 'ਤੇ ਟਿੱਪਣ ਲਿਖਿਆ, ਔਰ ਕੁਝ ਜੋ ਅਖੇਪਕਾਰਾਂ ਵੱਲੋਂ ਵਿੱਚ ਐਸੀਆਂ ਗੱਲਾਂ ਜੋ ਗੁਰਮਤਿ ਦੇ ਪ੍ਰਤੀਕੂਲ ਸੀ, ਇਹਨਾਂ ਦੇ ਮਰਨ ਤੋਂ ਬਾਅਦ ਦਰਜ ਕੀਤੀਆਂ। ਉਹਨਾਂ ਦੀ ਸਦਾਈ ਵਾਸਤੇ ਵੀ ਉਹਨਾਂ ਨੇ ਫੁੱਟਨੋਟ ਉੱਥੇ ਦਿੱਤੇ ਹੈ। ਸੋ ਇਸ ਵਾਸਤੇ ਬੜੀ ਸੁੰਦਰ ਇਹ ਰਚਨਾ, ਤਕਰੀਬਨ ਇਤਿਹਾਸਕ ਗੁਰੂ ਘਰਾਂ ਵਿੱਚ ਤਾਂ ਇਹ ਕਥਾ ਹੁੰਦੀ ਹੈ। ਇਹਨਾਂ ਦੇਸ਼ਾਂ 'ਚ ਵੀ ਬਹੁਤ ਸਾਰੇ ਸਥਾਨਾਂ 'ਤੇ ਲੜੀਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਔਰ ਸੂਰੀ ਪ੍ਰਕਾਸ਼ ਦੀ ਕਥਾ ਵੀ ਚੱਲਦੀ ਹੈ। ਇਹ ਪ੍ਰਬੰਧਕਾਂ ਦਾ ਵੀ ਧੰਨਵਾਦ ਹੈ, ਕਰਨ ਵਾਲੇ ਵਿਦਵਾਨਾਂ ਦਾ ਵੀ, ਸੁਣਨ ਵਾਲੀ ਸੰਗਤ ਦਾ ਵੀ। ਸੋ ਅੱਜ ਦੀ ਵਿਆਖਿਆ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਬਾਰੇ ਆਪ ਜੀ ਨੇ ਸਾਰੀ ਵਿਚਾਰਧਾਰਾ ਸਰਵਣ ਕੀਤੀ ਹੈ। ਸੋ ਆਓ ਹੁਣ ਗੁਰਬਾਣੀ ਦੀ ਵਿਚਾਰ ਸਰਵਣ ਕਰੀਏ। ਗਰੀਬ ਨਿਵਾਜ ਕਿਰਪਾਲਤਾ ਕਰਦੇ ਹਨ। ਧਨਾਸਰੀ ਮਹੱਲਾ ਪੰਜਵਾ। ਦਰਬਵੰਤ ਦਰਬ ਦੇਖ ਗਰਵੈ। ਹਜ਼ੂਰ ਗਰੀਬ ਨਿਵਾਜ ਜੀ ਕਿਰਪਾਲਤਾ ਕਰਦੇ ਹਨ। ਜਿਸ ਪ੍ਰਕਾਰ ਦਰਬਵੰਤ, ਦਰਬ ਨਾਮ ਹੈ ਧਨ ਦਾ, ਜਿਹੜਾ ਧਨਵਾਨ ਬੰਦਾ ਹੈ, ਸ਼ਾਹੂਕਾਰ ਬੰਦਾ ਹੈ, ਕਿਉਂਕਿ ਮਾਇਆ ਕਮਾਉਣ ਦੇ ਸਾਧਨ ਬੇਅੰਤ ਹੈ।
ਜਿਵੇਂ ਵੀ ਉਹ ਮਾਇਆ ਕਮਾ ਕੇ ਅਮੀਰ ਬਣਦਾ ਹੈ, ਜਦੋਂ ਉਸਦੇ ਕੋਲ ਧਨ ਇਕੱਤਰ ਹੋ ਜਾਂਦਾ, ਉਹਨੂੰ ਦੇਖ ਕੇ ਫਿਰ ਉਹ ਗਰਵ ਹੈ, ਕਈ ਵਾਰੀ ਹੰਕਾਰ ਵੀ ਕਰਦਾ ਹੈ। ਜਿਹੜਾ ਗੁਰਸਿੱਖ ਹੈ ਉਹ ਸਮਝਦਾ ਕਿ ਗੁਰੂ ਮਹਾਰਾਜ ਦੀ ਦਾਤ ਤੇ ਬਖਸ਼ਿਸ਼ ਹੈ, ਉਹਨੂੰ ਉਹ ਧਰਮ ਵਾਲੇ ਪਾਸੇ ਲਾਏਗਾ, ਨੇਕੀ ਵਾਲੇ ਪਾਸੇ, ਪ੍ਰਚਾਰ ਵਾਲੇ ਪਾਸੇ, ਕਿਸੇ ਗਰੀਬ ਦੀ, ਅਪਾਹਜ ਦੀ ਔਰ ਕੰਨਿਆ ਦੇ ਵਿਆਹ ਦੀ, ਵਿਦਿਆਰਥੀ ਦੀ ਪੜ੍ਹਾਈ ਵਾਸਤੇ, ਰੋਗੀ ਦੇ ਇਲਾਜ ਵਾਸਤੇ, ਗੁਰੂ ਦੀਆਂ ਇਮਾਰਤਾਂ ਜਾਂ ਲੰਗਰਾਂ ਵਾਸਤੇ, ਹੋਰ ਵੀ ਬਹੁਤ ਪ੍ਰਕਾਰ ਦੇ ਕਾਰਜ ਖਰਚ ਕਰੇਗਾ। ਪਰ ਜਿਸ ਵਿਅਕਤੀ ਨੂੰ ਸੰਗਤ ਨਹੀਂ, ਨਾਮ ਬਾਣੀ ਸ਼ਬਦ ਨਹੀਂ, ਉਹ ਤੁਹਾਨੂੰ ਦੇਖ ਕੇ ਗਰਵ ਹੈ, ਹੰਕਾਰ ਕਰਦਾ ਹੈ। ਭੂਮਵੰਤ ਅਭਿਮਾਨੀ, ਜਿਹੜਾ ਵਪਾਰੀ ਆਦਮੀ ਹੈ, ਜਿਸ ਨੇ ਵਪਾਰ ਦੁਆਰਾ ਧਨ ਪੈਦਾ ਕੀਤਾ, ਉਹਦੇ ਬਾਰੇ ਵੀ ਦੱਸਦੇ ਆ। ਦੂਸਰੇ ਦੇ ਜਿਹੜਾ ਭੂਮੀ ਵਾਲਾ, ਕੋਈ ਬਹੁਤ ਵੱਡਾ ਜ਼ਿਮੀਂਦਾਰ ਹੈ, ਲੈਂਡਲੋਰਡ ਹੈ, ਉਹ ਜਿਹੜਾ ਇਸ ਤਰ੍ਹਾਂ ਦਾ ਅਮੀਰ ਆਦਮੀ ਹੈ, ਉਹ ਵੀ ਜਿਹੜੇ ਦੇਖਦਾ ਦੂਰ ਤੱਕ ਨਿਗਾਹ ਜਾਂਦੀ ਹੈ, ਇਹ ਸਾਰੀ ਜ਼ਮੀਨ ਮੇਰੇ ਅਧਿਕਾਰ ਖੇਤਰ ਵਿੱਚ ਹੈ। ਉਹ ਵੀ ਹੰਕਾਰ ਕਰਦਾ ਕਿ ਮੇਰੀ ਜਾਇਦਾਦ ਦੀ ਸੀਮਾ ਕਿੰਨੀ ਦੂਰ ਤੱਕ ਹੈ। ਉਹ ਬਹੁਤ ਵੱਡੇ ਫਾਰਮ ਬਣਾ ਕੇ ਜਾਇਦਾਦ ਦੇ ਅਭਿਮਾਨ, ਹੰਕਾਰ ਕਰਦਾ ਹੈ। ਇਹ ਜਿਹੜੇ ਗੁਰਮੁਖ ਪਿਆਰੇ ਹੈ, ਉਹ ਫਿਰ ਹੰਕਾਰ ਨਹੀਂ ਕਰਦੇ। ਉਹ ਧਰਤੀ 'ਚੋਂ ਅਨਾਜ ਪੈਦਾ ਕਰਕੇ ਗਰੀਬ ਗੁਰਵੇ ਦੀ ਸੇਵਾ ਵਾਸਤੇ ਛੇਤਰ ਲਾਉਂਦੇ ਹੈ, ਗੁਰੂ ਕੇ ਲੰਗਰਾਂ ਦੇ ਵਿੱਚ ਰਸਤਾਂ ਪਾਉਂਦੇ ਹੈ। ਪਰੰਤੂ ਜੋ ਸੰਗਤ ਤੋਂ ਵਿਛੜੇ ਹੋਏ ਪੁਰਸ਼ ਹੈ, ਉਹਨਾਂ ਦੇ ਅੰਦਰ ਇਹ ਅਭਿਮਾਨ ਆਦਿ ਦਾ ਪੈਦਾ ਹੋ ਜਾਣਾ ਕੁਦਰਤੀ ਹੀ ਹੈ। ਹੁਣ ਤੀਸਰਾ ਦ੍ਰਿਸ਼ਟਾਂਤ ਦਿੰਦੇ ਹੈ, ਰਾਜਾ ਜਾਣੈ ਸਗਲ ਰਾਜ ਹਮਰਾ। ਜਿਹੜਾ ਰਾਜਾ ਹੈ ਉਹ ਜਾਣਦਾ ਹੈ ਸਾਰਾ ਹੀ ਰਾਜ ਮੇਰਾ, ਕਿਉਂਕਿ ਰਾਜ ਅੱਖਰ ਜਿਹੜਾ ਹੈ ਰੇਜ ਧਾਤੂ ਤੋਂ ਪੈਦਾ ਹੋਇਆ। ਇਹਦੇ ਮੈਨੂੰ ਹੁੰਦਾ ਗਿਆ ਕਰਨ ਦੇ ਮੁਤਾਬਕ ਰੰਜਨ ਕਰਨਾ, ਸਭ ਨੂੰ ਪ੍ਰਸੰਨ ਕਰਨਾ, ਭੁੱਖੇ ਨੂੰ ਭੋਜਨ ਦੇਣਾ, ਨੰਗੇ ਨੂੰ ਵਸਤਰ, ਔਰ ਗਰੀਬ ਨੂੰ ਮਕਾਨ ਦੇਣਾ, ਤੇ ਰੋਗੀ ਦਾ ਇਲਾਜ, ਦੇਸ਼ ਦੀ ਅੰਦਰੋਂ ਬਾਹਰੋਂ ਹਰ ਪ੍ਰਕਾਰ ਰੱਖਿਆ ਸਹਾਇਤਾ ਕਰਨੀ। ਰਾਜੇ ਦੇ ਬਹੁਤ ਸਾਰੇ ਫਰਜ਼ ਹੈ। ਗ੍ਰੰਥਕਾਰਾਂ ਨੇ 35 ਗੁਣ ਲਿਖੇ ਹੈ ਜਿਹੜੇ ਰਾਜੇ ਦੇ ਵਿੱਚ ਹੋਣੇ ਚਾਹੀਦੇ ਆ। ਸੋ ਇਸ ਵਾਸਤੇ ਇਸ ਤਰ੍ਹਾਂ ਦੇ ਬਿਰਲੇ ਰਾਜੇ ਹੈ, ਜਿਵੇਂ ਮਹਾਰਾਜਾ ਬਿਕਰਮਾਜੀਤ, ਮਹਾਰਾਜਾ ਭੋਜ, ਮਹਾਰਾਜਾ ਅਸ਼ੋਕ, ਹਰਸ਼ਵਰਧਨ, ਜਾਂ ਪਹਿਲਾਂ ਵੀ ਕਈ ਧਰਮੀ ਰਾਜੇ ਹੋਏ ਹੈ। ਉਹ ਆਪਣੇ ਵਿੱਚ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਅਤੇ ਉਹਨਾਂ ਦੇ ਰਾਜ ਦੀ ਬਰਕਤ ਦੀ ਕਹਾਣੀ ਵੀ ਇਤਿਹਾਸ ਵਿੱਚ ਚੱਲਦੀ ਹੈ। ਤੇ ਆਮ ਜਿਹੜੇ ਸੰਗਤ ਤੋਂ ਪਾਸੇ ਹੈ, ਸਿਰਫ ਰਾਜ ਸੱਤਾ ਨੂੰ ਪਾ ਕੇ ਵਿਚਰਨ ਵਾਲੇ ਜਿਹੜੇ ਲੋਕ ਆ, ਉਹ ਜਾਣਦੇ ਜਿਹੜਾ ਰਾਜ ਆ ਸਾਰਾ ਇਹ ਮੇਰਾ ਆ। ਜਿਵੇਂ ਮਾਇਆਧਾਰੀ ਮਾਇਆ ਨਾਲ ਪਿਆਰ ਕਰਦਾ, ਜ਼ਿਮੀਂਦਾਰ ਭੂਮੀ ਦੇ ਨਾਲ, ਰਾਜਾ ਰਾਜ ਨੂੰ ਪਾ ਕੇ ਉਹਦੇ ਨਾਲ ਪ੍ਰੀਤੀ ਦੀ ਗੰਢ ਵਧਾਉਂਦਾ ਹੈ। ਤੇ ਜਿਹੜੇ ਹਰੀ ਦੇ ਜਨ ਹਨ, ਤਿਉਂ ਹਰ ਜਨ ਟੇਕ ਸੁਆਮੀ। ਜਿਹੜੇ ਹਰੀ ਦੇ ਜਨ ਆ, ਉਹਨਾਂ ਨੂੰ ਸੁਆਮੀ ਮਾਲਕ ਦੀ ਟੇਕ, ਭਰੋਸਾ, ਆਸਰਾ ਹੁੰਦਾ ਹੈ। ਉਹਨੂੰ ਧਨ ਦਾ, ਉਹਨੂੰ ਭੂਮੀ ਦਾ, ਉਹਨੂੰ ਆਪਣੇ ਰਾਜ ਦਾ। ਪਰ ਜਿਹੜਾ ਪ੍ਰੇਮੀ ਹੈ,
सिमरन वाला व्यक्ति है ਉਹਨੂੰ ਵਾਹਿਗੁਰੂ ਪਰਮੇਸ਼ਰ ਦਾ ਹੀ ਆਸਰਾ ਹੁੰਦਾ ਹੈ। ਇੱਕ ਰਾਜਾ ਸ਼ਿਕਾਰ ਵਾਸਤੇ ਨਿਕਲਿਆ, ਸਾਰਾ ਦਿਨ ਸ਼ਿਕਾਰ ਖੇਡਦੇ ਰਹੇ, ਕੋਈ ਸ਼ਿਕਾਰ ਨਾ ਮਿਲਿਆ। ਇੰਨਾ ਦੂਰ ਜੰਗਲ ਨਿਕਲ ਗਏ ਕਿ ਖਾਣ ਪੀਣ ਦਾ ਵੀ ਸਾਧਨ ਨਾ ਜੁੜਿਆ, ਖਾਲੀ ਵਾਪਸ ਆ ਗਏ। ਮੰਤਰੀ ਬੁਲਾਏ, ਜੋਤਸ਼ੀ ਬੁਲਾਏ कि ऐसा दिन चढ़िया ना कोई शिकार मिलिया, परीक्षण बहुत होया, ना खाण पीण का ही साधन जुड़िया, ये कारण की है? जोतशी कहन लगे जदों तुसीं शिकार खेलन निकले ही तुहाडी सवारी निकली, तुहाडे पहला मत्थे कौन लगा सी? कहंदे एक लकड़हारा सी, लकड़ां दा भार चुकिया होया सी, वो मत्थे लग्या। ज्योतिषी लोगों का जिवें काम हुंदा ही है, ये जी अपशगन होया तां ही नहीं कुछ मिलिया। वो गरीब बेचारे नूं गिरफ्तार कर लिया गया कि तूं किस तरह का व्यक्ति, मत्थे लगे हैं, ना शिकार मिलिया ना कोई खाण पीण नूं मिलिया। उन्होंने पेश किया गया, कहन लगे इहनूं फांसी लटका दो। राजे लोगों का हंकार ऐसा हुंदा सी, उन्होंने पेश किया गया। वो राजे सामने खड़ा बड़ा मुस्कुराया। राजा गुरु गुस्से ना भर गया, चढ़ाल एक तो अगे गल हुई है, दूजा तू मखौल किया, तेन पता नहीं है राज सभा है, तेन फांसी लटकाना। वो कहते राजन तुसीं कहने तेरे मत्थे लगन नाल आ कुछ होया, मेरे मत्थे लगन नाल तो बहुत पुण्य होया। कहते हो किवें? कहते एक तां तूं शिकार नहीं मिलिया ते जीव हिंसा तो बच गया, जीवां नूं मार के खांदा तैनूं पाप लगना सी, इत्थों बच गया। ते दूजा आज कुदरती तेरा वरत हो गया, इन्ना तेरी सेहत चंगी रहेगी, किते किते मशीनरी नूं रेस्ट मिल जाए, ये सेहत भी चंगी रहिंदी है, ये भी कुदरती बहुत वधिया हो गया। कहन लगे बुरा तां तेरे लथ मत्थे लगना मेरा होया। कहंदा ओह किवें? कहते तेरे इंसाफ की तकड़ी की तोल रही है, मैं गरीब आदमी लकड़ा बीज के गुजारा करदा, तेरे मत्थे लगना मैनू फांसी मिल रही है। गज के बोलो बहुत वधिया न्याय तेरा है। मेरे मत्थे लगना तो पुण्य होया, तेरे मत्थन लगना की होया? मत्थे तो तू भी मेरे लग्या। राजे दी जी खाने हो गई, पैरों मिट्टी निकल गई। कमाल की गल की, ताकतों उठिया, उहदे पैरां सिर रखिया ते मुआफी मंगी। कहंदे तीजा दिन धर्म राजा दे डंड भोगना सी पाप कर्म दा, जे फांसी लाउंदा ते ओह भी तैनूं सज़ा भोगनी पैनी सी, ਉਹ ਤੋਂ ਵੀ ਤੂੰ ਬਚ ਗਿਆ। तो इस वास्ते कई बारी जिस व्यक्ति नूं आपां बड़ा सधारण समझदे हां, जे परमात्मा बुद्धि देवे, सोझी देवे, जालम राजा भी जुल्म त्याग के धर्मी बन जाता है। ये है सत्संगत की महानता, जे संगत करिए फिर सोझी आउंदी है। हजूर पातशाह कहंदे जिहड़ा हरि दा जम्मिया भावें गरीब किवें ना होवे, पर जे मालक की बंदगी करदा उन्होंने मालक वालों ऐसी सोझी है कि बड़े बड़े जालम राजियां दे जीवन च भी पलटा आ जाता है, क्योंकि उन्होंने एक परमेश्वर की टेक, परमेश्वर का आसरा होंदा। त्यों हर जन टेक स्वामी, इस तरह जिहड़े हरि दे जन हन वो परमेश्वर की टेक आसरा लेंदे हैं। दसम गुरु जी ने जफरनामे च कहा कि तैनूं फौजां दा माण आ रंग जे, तैनूं तोपां दा हथियारां दा माण है,
ਕਿਲਿਆਂ ਕੋਸ਼ਾਂ ਦਾ ਮਾਣ ਹੈ। ਤੈਨੂੰ ਆਪਣੀ ਕੁਨੀਤੀ ਤੇ ਔਰ ਦਗਾਬਾਜ਼ ਧੋਖੇਬਾਜ਼ ਇਹ ਜਿਹੜੇ ਵਜ਼ੀਰ ਹੈ, ਤੇਰੇ ਟੁਕੜ ਬੋਚ ਅਫਸਰ, ਤੈਨੂੰ ਇਹਨਾਂ ਤੇ ਮਾਣ ਹੋਏਗਾ। ਇਹਨਾਂ ਅਕਿਰਤ ਘਣ ਕਾਜ਼ੀਆਂ ਮੌਲਵੀਆਂ ਤੇ ਤੈਨੂੰ ਮਾਣ ਭਰੋਸਾ ਹੋਵੇਗਾ, ਜੋ ਤੈਨੂੰ ਪੁੱਠੇ ਪਾਸੇ ਸਿੱਖਿਆ ਦੇ ਰਿਹਾ, ਤੇਰੇ ਦਿਮਾਗ ਦੀ ਚੱਕਰੀ ਪੁੱਠੇ ਪਾਸੇ ਘੁਮਾ ਰਿਹਾ ਹੈ। ਇਹ ਪਾਤਸ਼ਾਹ ਕਹਿੰਦੇ ਜਜ਼ਦਾ ਅਕਾਲ, ਮੈਨੂੰ ਇੱਕ ਅਕਾਲ ਪੁਰਖ ਦਾ ਭਰੋਸਾ। ਗੱਜ ਕੇ ਬੋਲੋ ਭਾਰੀ ਭੁਜਾਨ ਕੋ ਭਾਰੋ ਭਰੋਸੋ। ਉਹ ਜਿਹੜਾ ਭਾਰੀ ਭੁਜਾਂ ਵਾਲਾ, ਭਾਰੀ ਸ਼ਕਤੀ ਵਾਲਾ ਪਰਮੇਸ਼ਰ ਆ, ਮੈਨੂੰ ਉਸ ਤੇ ਭਰੋਸਾ। ਤੈਂ ਮੇਰੇ ਬੁੱਧ ਕੀ ਜੰਗ ਛੇੜੇ, ਸਾਡਾ ਪਿਤਾ ਸ਼ਹੀਦ ਕੀਤਾ, ਸ਼ੀਰਖੋਰ ਬੱਚੇ, ਬਜ਼ੁਰਗ ਮਾਤਾ, ਹੋਰ ਕਿੰਨੇ ਗੁਰਮੁਖ ਪਿਆਰਿਆਂ ਤੇ ਤੈਂ ਜ਼ੁਲਮ ਦੇ ਆਰੇ ਚਲਾਏ। ਯੁੱਧ ਵੀ ਛੇੜ ਕੇ ਦੇਖ ਲਿਆ, ਉਹ ਵੀ ਤੈਂ ਆਪਣਾ ਗੁਰਮਾਨ ਕੱਢ ਲਿਆ। ਤੈਨੂੰ ਹਰ ਪਾਸਿਓਂ ਮੂੰਹ ਦੀ ਖਾਣੀ ਪਈ ਹੈ। ਤੇਰਾ ਖਿਆਲ ਸੀ ਕਿ ਮੈਂ ਇਹਨਾਂ ਨੂੰ ਖਤਮ ਕਰਕੇ ਆਪਣੀ ਮਨਮਾਨੀ ਦਾ ਸਿੱਕਾ ਚਲਾਵਾਂਗਾ, ਪਰ ਕਹਿੰਦੇ ਮੈਂ ਤੇਰੇ ਘੋੜਿਆਂ ਦੀਆਂ ਨਾਲਾਂ ਥੱਲੇ ਐਸੇ ਅੰਗਿਆਰ ਵਿਛਾ ਦਿੱਤੇ ਹੈ ਕਿ ਤੈਨੂੰ ਹੁਣ ਪੈਰ ਰੱਖਣਾ ਔਖਾ। ਤੇਰਾ ਖਿਆਲ ਸੀ ਵੀ ਸ਼ਹੀਦ ਕਰਕੇ ਮੈਂ ਮਨ ਮਰਜ਼ੀ ਕਰਾਂਗਾ, ਪਰ ਕਰੁੰਡੀਆ ਸੱਪ ਖਾਲਸਾ ਤੇਰੀ ਛਾਤੀ ਦੇ ਹਮੇਸ਼ਾ ਹੀ ਮਿਲਦਾ ਰਹੇਗਾ। ਗੱਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਹੈ ਪਰਮੇਸ਼ਰ ਦੇ ਭਰੋਸੇ ਦੇ ਵਚਨ। ਸੋ ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਹਨ, ਜਿਹੜੇ ਹਰੀ ਦੇ ਜਨ ਹਨ, ਉਹਨਾਂ ਨੂੰ ਉਸ ਮਾਲਕ ਦੀ ਟੇਕ, ਮਾਲਕ ਦਾ ਭਰੋਸਾ। ਪ੍ਰਹਲਾਦ ਦੇ ਨਾਲ ਕੋਈ ਫੌਜ ਸੀ, ਸਾਰੀ ਰਾਜ ਸੱਤਾ ਉਲਟ ਸੀ। 5 ਸਾਲ ਦਾ ਸੀ, 5 ਸਾਲ ਦੇ ਬੱਚੇ ਨੂੰ ਕਿੰਨਾ ਕੁ ਵਿਚਾਰ ਹੁੰਦਾ। ਸਾਹਿਬਜ਼ਾਦੇ ਲੈ ਲਓ 5-7 ਸਾਲ, ਬੰਦੇ ਬਹਾਦਰ ਦਾ 3.5 ਸਾਲ ਦਾ ਸੀ। ਪਰ ਜੇ ਗੁਰੂ ਦੀ ਕਿਰਪਾ ਹੋਵੇ, ਜੇ ਕੋ ਆਪਣੀ ਓਟ ਸੰਭਾਰੈ, ਜੇ ਕੋਈ ਵਿਅਕਤੀ ਉਸ ਵਾਹਿਗੁਰੂ ਪਰਮੇਸ਼ਰ ਦੀ ਓਟ ਲੈਣਾ ਕਰੇ, ਉਹਦਾ ਸਹਾਰਾ ਲੈਣਾ ਕਰੇ, ਉਹਦੇ ਆਸਰੇ ਚੱਲਣਾ ਕਰੇ, ਜੈਸਾ ਬਿਤ ਤੈਸਾ ਹੋਏ ਵਰਤੈ। ਜਿੰਨਾ ਕਿਸੇ ਦਾ ਬਿਤ ਬਾਲਿਆ ਉਹਦੇ ਅਨੁਸਾਰ ਵਰਤੇ। ਜੇ ਜਿੰਨੀ ਸੇਵਾ ਕਰ ਸਕਦਾ, ਜਿੰਨਾ ਭਜਨ ਕਰ ਸਕਦਾ, ਉਹਦੇ ਮੁਤਾਬਕ ਉਹ ਸੇਵਾ ਵੀ ਕਰੇ, ਭਜਨ ਵੀ ਕਰੇ, ਕੁਰਬਾਨੀ ਵੀ ਕਰੇ, ਪਰਉਪਕਾਰ ਵੀ ਕਰੇ। ਹੀਰ ਬੁੱਧੂ ਸ਼ਾਹ ਨੇ ਸੇਵਾ ਕੀਤੀ, 500 ਪਠਾਨ ਰਖਾਇਆ ਸੀ, ਉਹ ਨਿੰਮਕ ਹਰਾਮੀ ਬਣ ਗਿਆ। 700 ਮਰੀਦ ਉਸ ਸੰਤ ਨੇ ਆਪਣੇ ਪੁੱਤਰ ਵੀ ਸ਼ਹੀਦ ਕਰਾਏ। ਔਰ ਗੁਰੂ ਮਹਾਰਾਜ ਦੇ ਪਕਸ਼ ਵਿੱਚ ਚੱਲਣ ਕਰਕੇ ਉਸਮਾਨ ਖਾਨ ਨੇ ਹੀਰ ਬੁੱਧੂ ਸ਼ਾਹ ਨੂੰ ਫਤਵਾ ਦੇ ਕੇ ਸ਼ਹੀਦ ਕੀਤਾ। ਜਦੋਂ ਭਗਾਣੀ ਦਾ ਯੁੱਧ ਜਿੱਤਣ ਤੋਂ ਬਾਅਦ ਪਾਤਸ਼ਾਹ ਇੱਥੇ ਸਡੋਰੇ ਆਏ, ਗੋਪਾਲ ਮੋਚਨ ਚਰਨ ਪਾਏ, ਇੱਥੇ ਵੀ ਆਏ। ਤੇ ਹਜ਼ੂਰ ਪਾਤਸ਼ਾਹ ਨੇ ਆਪਣੇ ਇਸ ਵਾਰੇ ਰੋਪਾ ਦੇਣ ਵਾਸਤੇ ਪੀਰ ਬੁੱਧੂ ਸ਼ਾਹ ਨੂੰ ਕਿਹਾ। ਕਹਿਣ ਲੱਗੇ, ਮਹਾਰਾਜ ਆਪਣੀ ਦਸਤਾਰ ਚੋਂ ਅੱਧੀ ਦਸਤਾਰ ਤੇ ਕੇਸਾਂ ਸਮੇਤ ਕੰਘਾ ਬਖਸ਼ ਦਿਓ। ਗੱਜ ਕੇ ਬੋਲੋ। ਉਸ ਪੀਰ ਨੇ ਮਹਾਰਾਜ ਦੀ ਦਸਤਾਰ ਤੇ ਕੇਸਾਂ ਸਮੇਤ ਕੰਘਾ ਮੰਗਿਆ। ਅਸੀਂ ਸਿੱਖ ਕਹਾਉਂਦੇ ਹਾਂ, ਕੇਸ ਦਾੜੀ ਵੀ ਗਈ, ਕੰਘਾ ਵੀ ਗਿਆ, ਦਸਤਾਰ ਵੀ ਗਈ। ਗੱਜ ਕੇ ਬੋਲੋ ਸਤਿਨਾਮ। ਪਿੱਛੇ ਸਾਈਂ ਮੀਆਂ ਮੀਰ ਜੀ ਦੀ ਗੱਦੀ ਦੇ ਮਹਾਂਪੁਰਖ ਆਏ ਪੰਜਾਬ ਦੇ ਵਿੱਚ। ਜਟਾ ਜੀ ਨੇ ਵਿਆਖਿਆ ਕੀਤੀ, ਕਹਿਣ ਲੱਗੇ, ਗੁਰਮੁਖੋ, ਸਾਡੇ ਬਜ਼ੁਰਗ ਪੀਰ ਸਾਈਂ ਮੀਆਂ ਮੀਰ ਜੀ ਗੁਰੂ ਅਰਜਨ ਦੇਵ ਜੀ ਦੇ ਸੰਪਰਕ 'ਚ ਆਏ। ਸਾਨੂੰ ਦਾੜੀ ਕੇਸ ਦੀ ਦਾਤ ਮਿਲੀ।
ਅਸੀਂ ਹਾਲੇ ਤੱਕ ਸੰਭਾਲੀ ਹੋਈ ਹੈ। ਤੁਸੀਂ ਸਿੱਖ ਕਹਾਉਂਦੇ ਆ ਇਹ ਦਾਤ ਕਿੱਥੇ ਹੈ? ਸਾਰੇ ਮੂਹਰੇ ਉਸ ਤਰ੍ਹਾਂ ਬੈਠੇ ਸੀ, ਬਸ ਧੌਣਾ ਗੋਡਿਆਂ 'ਚ ਲੁਕੋ ਲੁਕੋ ਕੇ ਬੈਠਣ ਲੱਗ ਪਿਆ। ਕਹਿੰਦੇ ਗੁਰੂ ਅਰਜਨ ਸਾਹਿਬ ਨੇ ਬਖਸ਼ਿਸ਼ ਕੀਤੀ, ਅਸੀਂ ਹਾਲੇ ਤਾਂ ਦਾਤ ਸੰਭਾਲੀ ਬੈਠੇ ਹਾਂ, ਤੇ ਸਿੱਖਾਂ 'ਚੋਂ ਵੀ ਜਾ ਰਹੀ ਹੈ ਤੇ ਸਿੱਖਣੀਆਂ 'ਚੋਂ ਵੀ ਜਾ ਰਹੀ ਹੈ। ਜੋ ਵਾਤਾਵਰਨ ਹੈ ਤੁਹਾਡੇ ਸਾਹਮਣੇ ਹੈ ਕਿ ਹੁਣ ਉਹ ਜਿਹੜਾ ਕੇਸਾਂ ਸਮੇਤ ਕੰਗਾ ਸੀ, ਉਹ ਵੀ ਕਿਸੇ ਟਾਈਮ ਉਹਨਾਂ ਦੇ ਪਰਿਵਾਰ ਤੋਂ ਨਾਭੇ ਵਾਲੇ ਪਰਿਵਾਰ ਨੇ ਰਾਜੇ ਜੋ ਲੈ ਲਿਆ ਸੀ। ਹੁਣ ਸੁਣਨ ਵਿੱਚ ਆਇਆ ਕਿ ਉਹ ਪਰਿਵਾਰ ਦਿੱਲੀ ਰਹਿੰਦਾ ਤੇ ਉੱਥੇ ਉਹਨਾਂ ਦੇ ਪਾਸੇ ਨਿਸ਼ਾਨੀ ਮੌਜੂਦ ਆ। ਸੋ ਇਸ ਵਾਸਤੇ ਪਾਤਸ਼ਾਹ ਕਹਿੰਦੇ ਹਨ ਕਿ ਜੇ ਕੋਈ ਉਹਦੀ ਓਟ ਲੈਂਦਾ, ਪਰਮੇਸ਼ਰ ਉਹਦੀ ਸੰਭਾਲ ਕਰਦਾ ਹੈ। ਸਤਿਯੁਗ ਦਾ ਦ੍ਰਿਸ਼ਟਾਂਤ ਲੈ ਲਓ, ਤ੍ਰੇਤੇ ਦਾ ਲੈ ਲਓ, ਦੁਆਪਰ ਦਾ ਲੈ ਲਓ, ਕਲਯੁਗ ਦਾ ਲੈ ਲਓ। ਜਿਸ ਨੇ ਵੀ ਉਹਦੀ ਓਟ ਲਈ ਹੈ, ਪਾਤਸ਼ਾਹ ਨੇ ਸੰਕਟ ਵੇਲੇ ਉਹਦੀ ਸੰਭਾਲ ਕੀਤੀ ਹੈ। ਜਿਹੜਾ ਉਹਦੇ ਨਾਮ ਨੂੰ ਮਾਰੇ ਚੇਤੇ ਕਰਦਾ, ਉਹ ਵੀ ਉਹਦੀ ਸੰਭਾਲ ਕਰਦਾ। ਜੈਸਾ ਬਿਤ, ਜਿੰਨਾ ਕਿਸੇ ਦਾ ਬਿਤ ਆ ਬਲ ਹੈ, ਐਸਾ ਹੋਏ ਵਰਤੇ। ਉਸ ਹਿਸਾਬ ਨਾਲ ਉਹ ਗੁਰੂ ਘਰ ਵਿੱਚ ਸੇਵਾ ਕਰੇ। ਆਪਣਾ ਬਲ ਨਹੀਂ ਹਾਰੇ, ਆਪਣੇ ਬਲ ਨੂੰ ਹਾਰੇ ਨਾ, ਉਦਮ ਨੂੰ ਤਿਆਗੇ ਨਾ, ਆਲਸ ਨਾ ਕਰੇ। ਆਲਸ ਛੀਜ ਗਿਆ ਸਭ ਤਨ ਕਾ। ਇਹ ਦਰਿਦਰ ਧਾਰ ਕੇ ਬੈਠਾਂਗੇ, ਤੜਕੇ ਇਸ਼ਨਾਨ ਕਰਨਾ ਵੀ ਬੜਾ ਔਖਾ, ਠੰਡ ਹੋ ਜਾਣੀ ਹੈ। ਫਿਰ ਚੌਂਕੜਾ ਲਾ ਕੇ ਬਹਿਣਾ ਵੀ ਔਖਾ। ਨਾਮ ਅਭਿਆਸ ਕਰਨਾ, ਬਾਣੀ ਦਾ ਨਿਤਨੇਮ, ਕਥਾ ਕੀਰਤਨ। ਹੁਣ ਤਾਂ ਗੁਰਦੁਆਰਿਆਂ 'ਚ ਵੀ ਤੋਹਫੇ ਲੱਗਣੇ ਸ਼ੁਰੂ ਹੋ ਗਏ। ਇਹ ਭੁੰਨੇ ਬੈਠਣੇ ਬਹੁਤ ਔਖਾ ਹੋ ਰਿਹਾ। ਗੱਜ ਕੇ ਬੋਲੋ। ਇਹ ਹੌਲੀ ਹੌਲੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਸੋਫੇ ਆਉਣ ਲੱਗ ਪਿਆ। ਐਸੀ ਕਿਰਿਆ ਬਣ ਰਹੀ ਹੈ। ਫਿਰ ਤਾਂ ਭਾਈ ਫਾਰਮਾਂ 'ਚ ਕੰਮ ਕਰਨਾ ਵੀ ਬੜਾ ਔਖਾ ਹੋ ਜਾਏਗਾ, ਫੈਕਟਰੀਆਂ 'ਚ ਵੀ। ਇੰਨੇ ਸੁੱਖ ਹੱਥੇ ਬਣਦੇ ਜਾਂਦੇ ਆ। ਤੂੰ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਹੈ, ਹਜ਼ੂਰ ਪਾਤਸ਼ਾਹ ਜੀ, ਜੈਸਾ ਬਿਤ। ਬਾਲਕ ਵਿੱਚ ਬਾਲਕ ਵਾਲਾ ਬਾਲਿਆ, ਜਵਾਨ ਵਿੱਚ ਜਵਾਨ ਵਾਲਾ, ਬਿਰਧ ਵਿੱਚ ਬਿਰਧ ਵਾਲਾ, ਜਿੰਨਾ ਉਹਦੇ 'ਚ। ਪਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਤਾਂ ਇਹ ਬਚਨ ਕਹੇ ਸੀ, ਗੁਰਮੁਖ ਬੁੱਢੇ ਕਦੇ ਨਾਹੀਂ, ਇਹਨਾਂ ਅੰਤਰ ਸੁਰਤ ਗਿਆਨ। ਜਿਨ੍ਹਾਂ ਦੀ ਸੁਰਤੀ ਦੇ ਅੰਦਰ ਗਿਆਨ ਦਾ ਵਿਚਾਰ ਹੈ, ਉਹਨਾਂ ਦੇ ਮਨ ਵਿੱਚ ਬੁਢਾਪੇ ਵਾਲੀ ਕਮਜ਼ੋਰੀ ਪੈਦਾ ਹੀ ਨਹੀਂ ਹੁੰਦੀ। ਬੜੀ ਦ੍ਰਿੜਤਾ ਦੇ ਨਾਲ ਸੇਵਾ ਕਰਦੇ ਆ। ਮਿਸਾਲ ਬਣ ਕੇ ਦਿਖਾਈ ਵੀ ਹੈ, ਗੱਲੇ ਹੀ ਨਹੀਂ ਕੀਤੀ। 72 ਸਾਲ ਦੇ ਨਗਾਗਰ ਚੱਕੀ ਹੈ, 84 ਸਾਲ ਤੱਕ ਸੇਵਾ ਕੀਤੀ। ਇਹ ਗੁਰੂ ਮਹਾਰਾਜ ਨੂੰ ਪਿੱਠ ਨਾ ਹੋ ਜਾਏ, ਸਰਗੁਣ ਸਰੂਪ ਨੂੰ ਇਹ ਪਿਛਲਪੁਰੀ ਆਉਂਦੇ ਰਹੇ। ਫਿਰ ਅੱਜ ਵੀ ਉਹ ਦਮਦਮਾ ਸਥਾਨ ਆ, ਉਹ ਕਰੀਰ ਦਾ ਦਰਖਤ ਮੌਜੂਦ ਹੈ, ਜਿੱਥੇ ਇੱਕ ਲਾਹੀ ਕਰਕੇ ਜਾਂਦੇ ਸੀ। ਜਦੋਂ ਗੋਇੰਦਵਾਲ ਸਾਹਿਬ ਤੋਂ ਸ੍ਰੀ ਖਡੂਰ ਸਾਹਿਬ ਜਾਈਏ, ਰੋਡ ਤਾਂ 10 ਕਿਲੋਮੀਟਰ ਹੈ। ਉਦੋਂ ਪੱਗ ਡੰਡੀਆਂ ਸੀ, ਹੁਣ ਤਾਂ ਰਸਤੇ ਵੀ ਵਧੀਆ, ਸਵਾਰੀ ਸਾਰੇ ਸਾਧਨ। ਜੰਗਲਾਤ ਵੀ ਉਦੋਂ ਆਮ ਸੀ, ਦਰਿਆ ਦਾ ਛੰਭ ਸੀ, ਪਾਣੀ ਦੀ ਖਡੂਰ ਸਾਹਿਬ ਕਮੀ ਨਹੀਂ। ਜੇ ਅੱਜ ਦਾ ਹੁੰਦਾ ਸਿੱਖ ਸ਼ੰਕਾਬਾਦੀ ਕਿ ਬਾਬਾ ਜੀ ਮੈਨੂੰ ਬੁੱਢੇ ਨੂੰ ਕਿਉਂ ਮਾਰ ਰਹੇ ਆ, ਖਡੂਰ ਸਾਹਿਬ ਪਾਣੀ ਹੈ ਨਹੀਂ, ਨਹਾਉਣਾ ਹੀ ਆ। ਇੱਥੇ ਇੱਕ ਗਾਗਰ ਦੀ ਬਜਾਏ 10 ਲਿਆਉਣਾ, ਤੁਸੀਂ ਗੋਇੰਦਵਾਲ ਕਿਉਂ ਭੇਜਦੇ ਆ? ਗੱਲ ਤਾਂ ਸੱਤ ਬਚਨ ਦੀ ਸੀ। ਗੱਜ ਲੋ। ਅੱਜ ਸਾਡੀ ਹਾਲਤ ਇਹ ਬਣੀ ਹੋਈ ਹੈ। ਇੱਕ ਜੱਟ ਨੇ ਖੂਹ ਨੂੰ ਬੈਲ ਜੋੜਿਆ ਹੋਇਆ ਸੀ, ਉਹਦੇ ਗਲ 'ਚ ਟੱਲੀ ਪਾਈ ਹੋਈ ਸੀ। ਇੱਕ ਨਿਆਏ ਸ਼ਾਸਤਰ ਪੜ੍ਹਾ ਗਿਆ, ਤਰਕਵਾਦੀ। ਉਹ ਕਹਿਣ ਲੱਗਾ ਵੀ ਇਹ ਬੌਲਦ ਦੇ ਗਲ 'ਚ ਟੱਲ ਕਿਉਂ ਪਾਇਆ? ਉਹ ਕਹਿੰਦਾ ਜੀ ਮੈਂ ਕਿਆਰੇ ਮੋੜਨ ਗਿਆ ਹੁੰਨਾ,
ਟਲ ਖੜਕਦਾ ਰਹਿੰਦਾ, ਇਹ ਪਤਾ ਲੱਗ ਜਾਂਦਾ ਵੀ ਬੋਲਦ ਜਿਹੜਾ ਉਹ ਚੱਲ ਰਿਹਾ। ਉਹ ਨਿਆਏ ਸ਼ਾਸਤਰ ਸ਼ੰਕਾਬਾਦੀ ਕਹਿੰਦਾ ਜੇ ਬੋਲਦ ਖੜਾ ਹੀ ਧੌਣ ਹਿਲਾਈ ਜਾਏ, ਕਹਿੰਦਾ ਨਿਆਏ ਸ਼ਾਸਤਰੀ ਜੀ ਤੁਸੀਂ ਨਿਆਏ ਕੋਲ ਰੱਖੋ, ਮੇਰਾ ਬੋਲਦ ਨਿਆਏ ਨਹੀਂ ਪੜ੍ਹਿਆ। ਗੱਜ ਕੇ ਬੋਲੋ। ਅੱਜ ਅਸੀਂ ਬੜੇ ਅੰਕਾਬਾਦੀ ਹੋ ਗਏ, ਬਾਣੀ ਦੇ ਵੀ ਤਰਕ, ਰਹਿਤ ਮਰਜ਼ਾਦਾ ਤੇ ਵੀ, ਹਰ ਪਾਸੇ ਤਰਕ ਤਰਕ ਹੀ ਰਹਿ ਗਈ। ਸ਼ਰਧਾ ਭਗਤੀ ਜਿਹੜੀ ਹੈ ਉੱਡਦੀ ਜਾਂਦੀ ਹੈ। ਕਿੰਤੂ ਪਰੰਤੂ ਇੰਨਾ ਵੱਧ ਗਿਆ ਔਰ ਲੋਕ ਮਾੜੀ ਮੋਟੀ ਸ਼ਰਧਾ ਰੱਖਦੇ ਸੀ, ਸੁਹਾਗਾ ਬੰਨਿਆ ਹੋਇਆ ਵੀ ਸ਼ਰਧਾ ਰਹਿ ਨਾ ਜਾਏ। ਕਿਸੇ ਦਿਨ ਕਰਨ ਵਾਲਿਆਂ ਤੇ ਵੀ ਵਿਸ਼ਵਾਸ ਨਹੀਂ ਰਹਿ ਜਾਣਾ, ਇਸ ਤਰ੍ਹਾਂ ਦੀ ਹਾਲਤ ਹੋ ਜਾਏਗੀ। ਸੋ ਇਸ ਵਾਸਤੇ ਦੁਨੀਆ ਕਿਵੇਂ ਉਮੜ ਉਮੜ ਕੇ ਇਸ ਘਰ ਨੂੰ ਆਉਂਦੀ ਸੀ। ਸਾਡੀਆਂ ਇਹ ਗੱਲਾਂ ਸੁਣ ਸੁਣ ਕੇ ਬਹੁਤ ਦੂਰ ਤੱਕ ਪਹੁੰਚ ਗਏ। ਯੁੱਗ ਦੇ ਮੀਡੀਆ ਦੁਆਰਾ ਵੀ ਇੱਕ ਦੂਜੇ ਦੇ ਭੰਡੀ ਪ੍ਰਚਾਰ 'ਚ ਲੋਕ ਨਿਸ਼ਰਦਕ ਹੋ ਕੇ ਇਸ ਧਰਮ ਤੋਂ ਪਾਸੇ ਜਾਣੇ ਸ਼ੁਰੂ ਹੋ ਗਏ। ਸੋ ਇਸ ਵਾਸਤੇ ਹਜ਼ੂਰ ਪਾਤਸ਼ਾਹ ਦੱਸ ਰਹੇ ਹਨ, ਜੈਸਾ ਬਿਤ, ਜਿੰਨਾ ਬਿਤ ਆ ਉਹਦੇ ਮੁਤਾਬਕ ਵਰਤੇ। ਕਹਿੰਦੇ ਜਿਹੜੇ ਲੰਕਾ ਫਤਿਹ ਕੀਤੀ, ਸ਼੍ਰੀ ਰਾਮ ਚੰਦਰ ਜੀ ਨੇ ਸਰੋਪੇ ਦੇਣੇ ਸ਼ੁਰੂ ਕੀਤੇ। ਹਨੂੰਮਾਨ ਜੀ ਆਏ, ਛੋਟੇ ਵੱਡੇ ਸਾਰੇ, ਕਹਿਣ ਲੱਗੇ ਹਨੂੰਮਾਨ ਜਿੰਨਾ ਤੈਨੂੰ ਬਲ ਦਿੱਤਾ ਸੀ ਨਾ, ਤੂੰ ਉਹਦੇ ਮੁਤਾਬਕ ਨਹੀਂ ਵਰਤਿਆ। ਗੱਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਕਰਮ ਕਰ ਕਛੋਟੀ ਮਫੀਟ ਸ੍ਰੀ। ਸੋ ਇਸ ਵਾਸਤੇ ਕਹਿੰਦੇ ਕਈਆਂ ਨੂੰ ਬਲ ਥੋੜਾ ਦਿੱਤਾ ਪਰ ਉਹਨੇ ਜ਼ੋਰ ਬਹੁਤਾ ਲਾਇਆ। ਸੋ ਇਸ ਵਾਸਤੇ ਗੁਰੂ ਕੀ ਬਖਸ਼ਿਸ਼ ਜਿਹੜੀ ਹੈ ਉਹ ਗੁਰੂ ਪਿਆਰੇ ਕਿਵੇਂ ਦੌੜ ਦੌੜ ਅੱਜ ਅਸੀਂ ਸੇਵਾ ਦੀਆਂ ਗੱਲਾਂ ਕਰਦੇ ਹਾਂ, ਪਰ ਸੇਵਾ ਹੱਥੀਂ ਕਰਨ ਵਾਲੇ ਵਿਅਕਤੀ ਬਹੁਤ ਘੱਟ ਹੈ। ਹੁਣ ਤਾਂ ਦੂਏ ਵੱਲ ਉਂਗਲੇ ਹੋ ਗਈ ਹਰ ਪਾਸੇ ਜੀ, ਪਰ ਸੇਵਾ ਹੱਥੀਂ। ਤ੍ਰਿਗ ਸੇਵਾ ਬਿਨ ਹੱਥ ਪੈਰ, ਹੋਰ ਨਿਰਫਲ ਸਭ ਕਰਨੀ। ਹੁਣ ਤਾਂ ਆਪਣਾ ਭਾਂਡਾ ਮਾਂਜਣਾ ਬੜਾ ਔਖਾ ਸਮਝਦੇ ਆ। ਆਪਣੀ ਕਿਰਿਆ ਹਰ ਇੱਕ ਨੂੰ, ਇਕੱਲੇ ਇਕੱਲੇ ਨੂੰ ਇੱਕ ਇੱਕ ਬੋਡੀਗਾਰਡ, ਇੱਕ ਇੱਕ ਸੇਵਾਦਾਰ ਚਾਹੀਦਾ। ਪਰ ਉਹ ਗੁਰੂ ਹਰ ਬਾਬਾ ਦੀਪ ਸਿੰਘ ਲੈ ਲਓ, ਜੇ ਖੰਡਾ ਫੜਿਆ ਧਰਮ ਜੋਤ ਉਧਰਲੀ ਸੇਵਾ ਲੈ ਲਓ, ਜੇ ਲੰਗਰ 'ਚ ਲੈ ਲਓ ਉੱਧਰ ਲੈ ਲਓ, ਜੇ ਵਿਦਵਤਾ 'ਚ ਲੈ ਲਓ ਉੱਧਰ ਲੈ ਲਓ, ਭਾਈ ਸਾਹਿਬ ਭਾਈ ਮਨੀ ਸਿੰਘ ਲੈ ਲਓ, ਅਕਾਲੀ ਫੂਲਾ ਸਿੰਘ ਸਵਾ ਸੇਰ ਦਾ ਕੜਛਾ ਸੀ, ਸਵਾ ਸੇਰ ਦਾ। ਕੋਈ ਆ ਜਾ ਦਾਲਾ ਕੜਾਹ ਪ੍ਰਸ਼ਾਦ ਖੀਰ, ਮਹਾਰਾਜ ਇੰਨਾ ਛਕ ਨਹੀਂ ਹੋਣਾ। ਕਹਿੰਦੇ ਸਾਡਾ ਨਿਯਮ ਇਹ ਹੀ ਹੈ, ਅਸੀਂ ਨਹੀਂ ਤੋੜਨਾ। ਗੱਜ ਕੇ ਬੋਲੋ ਸਤਿਨਾਮ। ਹੋਰ ਨੂੰ ਛਕਾ ਦਿਓਗਾ। ਮਹਾਰਾਜਾ ਆਲਾ ਸਿੰਘ ਪਟਿਆਲੇ ਵਾਲੇ, ਉਹ ਸਾਧ ਸੰਗਤ ਜੀ ਘਰ ਵਾਲੀ ਫਤੋ ਨੂੰ ਕਹਿੰਦੇ ਸੇਵਾ ਕਰਿਆ ਕਰ, ਲੰਗਰ 'ਚ ਸੇਵਾ ਕਰਿਆ ਕਰ। ਤੇ ਲੰਗਰ ਦਾ ਅਸੂਲ ਇਹ ਹੈ, ਪ੍ਰਸ਼ਾਦਾ ਚੌੜਾ ਤੇ ਦਾਲਾ ਸਬਜ਼ਾ ਕਾਠਾ। ਪ੍ਰਸ਼ਾਦੇ ਦੇ ਪਾ ਦਈਏ ਤੇ ਖਾ ਸਕੀਏ, ਥਾਲੀ ਦੀ ਲੋੜ ਨਾ ਪਏ। ਇਹ ਮਰਜ਼ਾਦਾ ਸੀ। ਉਹ ਦਾਲਾ ਨਰਮ ਰਹਿ ਗਿਆ, ਉਹ ਜਿਹੜੇ ਸਿੰਘ ਦੇ ਹੱਥ 'ਤੇ ਰੱਖਿਆ। ਦਾਲਾ ਤੱਤਾ ਸੀ, ਅੰਗਤ ਜ਼ਿਆਦੀ ਹੀ, ਸਾਰਿਆਂ ਨੂੰ ਭਾਂਡੇ ਨਹੀਂ ਮਿਲ ਸਕਦੇ। ਜਿਵੇਂ ਹੁਣ ਹੋਲਾ ਮਹੱਲਾ ਹੁੰਦਾ, ਬਹੁਤ ਪਬਲਿਕ ਹੁੰਦੀ। ਸੋ ਉਹ ਦਾਲਾ ਗਰਮ ਸੀ। ਕਈ ਸਤੋਗੁਣੀ ਹੁੰਦੇ, ਕਈ ਰਜੋਗੁਣੀ, ਕਈ ਤਮੋਗੁਣੀ ਹੁੰਦੇ। ਉਹਨੂੰ ਦਾਲ ਫਤੋ ਦੇ ਸਿਰ 'ਚ ਪਾਤੀ, ਰਾਣੀ ਦੇ ਆ ਗਈ, ਲੈ ਸਿੱਖੜਿਆਂ ਦੀ ਸੇਵਾ ਕਰਾ ਲਾ। ਤਤੀ ਦਾਲ ਸਿਰ 'ਚ ਪਾਤੀ। ਉਹ ਸਿੱਖ ਦੇਖ ਲਓ ਕਿਹੋ ਜਿਹੇ ਸ਼ਰਧਾਲੂ, ਕਹਿੰਦੇ ਤੱਤੀ ਦਾਲ ਨੇ ਕੰਮ ਸਰ ਗਿਆ, ਨਹੀਂ ਮੁਗਲਾਂ ਨੇ ਤੇਰੇ ਸਿਰ 'ਚ ਤੱਤੇ ਤੇਲ ਦੇ ਕੜਛੇ ਪਾਉਣੇ ਸੀ। ਗੱਜ ਕੇ ਬੋਲੋ ਸਤਿਨਾਮ। ਹੁਣ ਤਾਂ ਈਮੇਲ ਹੀ ਕੰਮ ਕਰਿਆ ਗੁਰੂ ਕੀ ਸੇਵਾ ਦਾ। ਕੱਲ੍ਹ ਇੱਕ ਸਿੰਘ ਦਾ ਫੋਨ ਆਇਆ ਕਿ ਮੇਰਾ ਭਰਾ ਕਨੇਡੇ 'ਚ ਹੈ,
ईमेल आई कि मैं पहला घर बेच लिया, मेरा फोन नंबर है, तू फोन कर ली। सीधा भरा नूं फोन नहीं किया, ईमेल भेज रहा है। हुण सेवा की भी ईमेल आएगी, किसी का दर्शन करना होवे वो भी ईमेल भेज दिया करनगे, सेवा छड्डी जाने। पर पातशाह का हुक्म की सी, गुर सेवा ते भगत कमाई, ताबे मानस दे ही पाई। भजहो गोबिंद भूल मत जाहो, मानस जन्म का यही लाओ। सेवा छड्डी जाने। सेवा बिना हिरदा शुद्ध नहीं होंदा। ਇਹਦੇ ਨਾਲ ਸਰੀਰ ਵੀ ਮਜ਼ਬੂਤ ਰਹਿੰਦਾ, ਐਕਸਰਸਾਈਜ਼ ਆਪਣੇ ਆਪ ਹੋ ਜਾਂਦੀ ਹੈ, ਮਨ 'ਚ ਨਿਮਰਤਾ ਗਰੀਬੀ ਵੀ ਆਉਂਦੀ ਹੈ, ਹਿਰਦਾ ਸ਼ੁੱਧ ਹੁੰਦਾ, ਇਕਾਗਰਤਾ ਵੀ ਹੁੰਦੀ, ਆਤਮਿਕ ਬਲ ਵੀ ਮਿਲਦਾ, ਹਿਰਦੇ ਦੀ ਸ਼ੁੱਧੀ ਨਾਲ ਨਾਮ ਦਾ ਬੀਜਿਆ ਬੀਜ ਵੀ ਫੁੱਟਦਾ। ਤੇ ਸੇਵਾ ਜਿਹੜਾ ਨਹੀਂ ਕਰਦਾ ਉਹਨੇ ਨਾਮ ਕੀ ਜਪਣਾ। ਸੇਵਾ ਜ਼ਰੂਰੀ ਹੈ। ਹਸਤੀ ਸਿਰ ਜਿਉ ਅੰਕਸ ਹੈ, ਐਹਰਨ ਜਿਉ ਸਿਰ ਦੇ, ਮਨ ਤਨ ਆਗਿਆ ਰਾਖ ਕੇ ਉਭੀ ਸੇਵ ਕਰੇ। ਅਸੀਂ ਗੱਲਾਂ ਬਾਤਾਂ ਕਰਨੀਆਂ ਬਹੁਤ ਸਿੱਖ ਲਈਆਂ, ਪਰ ਉਹ ਜਿਹੜੇ ਸੇਵਾ ਵਾਲੇ ਉਹ ਗੱਲਬਾਤ ਨਹੀਂ ਕਰਦੇ। ਆਤ ਪੰਸੋਂ ਕਾਮ ਕਰ ਚੀਤ ਨਰੰਜਨ, ਨਾਲ ਉਹਨਾਂ ਦੀ ਤੇ ਭਾਵਨਾ ਹੈ। ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਲੰਗਰ ਹੀ ਹੁੰਦਾ ਸੀ, ਭਾਈ ਕੱਕੂ ਲੰਗਰ 'ਚ ਭਾਂਡੇ ਮਾਂਜਣੇ। ਫਿਰ ਬਾਬਾ ਆਇਆ ਸਿੰਘ ਜੀ ਦੇ ਚਰਨਾਂ 'ਚ, ਕਹਿੰਦੇ ਕੱਕੂ तेरी जबान का धारा ठंडा हो गई है, इनू सोच के वरती। संत को पंडित आ गया कि जी गरड़ पुराण, महापुरख कहते सुना भाई, न पता लग जाएगा। भाई कक्कू दुध लैके आया, बाबा जी दवाई छक लो। संत सुनते हैं, वो पंडित देखे मैं कथा करदा। संत कहन लगे पंडिता की देखदा, ये गुरु घर के जोड़े मस्ताने दाने हैं, इस घर के सेवा करने वाले की पहुँच बहुत दूर है। वो दसदा जी साल पिछों जीव आत्मा जाती है, 6 महीने जाती है। कहते कक्कू दिखा दे इनू, कहते पंडिता मीट अखां, एक खिन च सब कुछ दिखा दिता। सो इस वास्ते गुरु घर के लंगरां दे भांडे मांजने, बाबा मंझ 84 पिंडां दा चौधरी, सुख तक ही मालक ने बहुत दिते सी, पर गुरसिੱਖੀ बारीक है तिखी, खंडे धारे बल हों निकी। इवें सेवा की मुरदा होवे मरीद न गली होवना, सिदक सबर शाहीद भरम भौख होवना। इस वास्ते उन्होंने लोगों के जीवन सी, कमाइयां सी ते बरकतां भी सी। अज असीं शरीर करके भी रोगी हैं, मन करके भी अशांत हैं। जे सेवा करिए रोग रहिंदे ही नहीं, कष्ट नहीं रहते। संतां को पढ़ते रहे हैं, कई व्यक्ति देखे हैं झाड़ू के तू इन्ने दिन फिर उन्होंने बड़े बड़े कष्ट दूर होंदे देखे। गुरु घर की जिहड़ी सेवा है, ये बहुत बड़ा पुण्य है, बड़ा फल है, बड़ा लाभ है। सो इस वास्ते हजूर पातशाह कह रहे हैं कि जैसा बित तैसा ही वरत है, उस प्रकार वरतना करे। अपना बल नहीं हारे, अपना जिहड़ा बल आ उन्होंने हारे ना। जिन्नी समर्था दी है, पुनदान की समर्था है, हथी सेवा की समर्था है, जां होर जो भी तुसीं कर सकते हैं, जिन्ना जिन्ना तुहाडा बल है उहदे मुताबक कुछ ना कुछ करते रहना चाहिए। बाबा झंडा सिंह जी होए कार सेवा वाले, उन्हीं बेने बनाते रहना। जिले कार सेवा नहीं टोकरे चकने, कढ़ाई थले रखने वास्ते, या पैरों वास्ते कपड़े के जोड़े बनाते रहना भी पैर गल ना। हर वेले सेवा भी करी जानी है। इस तरह पुराने जड़े सेवा पंथी होंदे सी, मंझ कुट कुट के, बाण वट वट के बेचना, स्याही पुस्तकां लिखनियां, धर्म प्रचार करना सेवा सी। तो इस बार साढ़े उत्थे डेरे एक बारी आ गया कॉमनिस्ट, कहने लगे साध बेलियां खाते हैं। वो देखा भी हल भी आप पाते हैं। गुरुद्वारा साहब महाराज का प्रकाश, नितनेम की सेवा, कीर्तन की कथा की भी आप करते हैं।
आटे आप गुंदे है, रोटियां आप पकाते है, चक्की भी अपनी लाई हुई आटा पीने लई, मझां गाइयां के पट्ठे दिते, होर सारी सेवा जिन्नी भी है, झाड़ू बहारू, भांडे आप मांजते है, लंगर आप पकाते वरताते है। तो रात नूं ये 10 ਤੋਂ ਪਹਿਲਾਂ ਸੌਂਦੇ नहीं, कथा 10 ਵਜੇ भोग पैंदा, सवेरे बाणी दी है, ये 3 ਵਜੇ घंटी खड़ गई, फिर उठ खड़ते है, ये बीमार नहीं होंगे। गज के बोलो कहते यही तो समझे असीं कॉम्यूनिज्म पुणा कीता। आ गुरु नानक पातशाह के घर का कॉम्यूनिज्म पुणा तो वखरा ही है। उत्थे तक इन्ना ही है ना, कमा लो 8 घंटे तो खा लो, बेशेवार भोग लो, अपना तो अपने परिवार की सेवा कर ली, ये तो वध नहीं। पर जो महापुरख है बिच दुनिया सेव कमाई है, तां दरगाह बैसन पाई है। बाबा बहाल सिंह वर्गे महापुरख जिन्होंने चकला बेलना फड़ाया, 11 बजे ही उठना, 11:30 इशनान करके 2 घंटे 2.5 घंटे मूल मंत्र का पाठ करना, 24 घंटे जाप चलता, 83 साल हो गए। 2-2 घंटे बाद रौल होंदी है। उत्थों आ गए निशान साहब सेवा, ये लंगर च रेहड़ी महाराज का प्रकाश, ये पोचा फेरना, ये आटा जप के रखना, ये कड़ाह प्रशादी देग महाराज के भोग वास्ते तैयार करने हैं, ये आसा की वार मुकम्मल लानी है, ये कथा सुननी है, ना करने वालों करनी भी है, ये हाजरी पकानी है, ये दोपहरे 10 बजे पूरे लंगर, ये कुंडा बहुत बड़ा तो घोलना, छत जड़ा उच्चा, गर्मियां सरदाई रगड़नी है सैकड़े बंदियां की, या जल पानी गर्म जल वगैरह, शाम का फिर लंगर, तो 11 11:30 दिन के बज जाने, रात के 11:30 से उठे, तो फिर उन्हें कोई ना कोई ग्रंथ जरूर पढ़ना, आई संगत का दवाई बूटी 200 भी, मतलब 12 घंटे का धरती के चल सो चले है। दुनिया कहते बेलियां खाते हैं, पर जाके कार सेवा वाले देख लो, आपां तां गल्लां करदे हो, हत्थां नाल रोड़ियां कुटदे है, अंख मरम रगड़ते हैं, चिप्सां रगड़ते हैं, पैर गल जाते, हथ गल जाते हैं। बाबा गुरबख्श सिंह कई वारी ने उखड़ उखड़ के गल गए, बिथां गल जानियां, पानी हर वेले गिला रहना लंगर विच। सेवा बहुत औखी है। गुर पीरां की चाकरी महा करड़ी भुख सार, गल्लां सेवा दियां करनियां, सिमर दियां होर गल्लां हैगियां, पर करके दिखाना एक वखरा तत्त है। सतगुर सच्चे पातशाह जी कह रहे हैं, जैसा बिथ तैसा होए वर्त है, अपना बल नहीं हारे, अपना बल ना हारे। रेरू साहब संत राला सिंह जी होए, बाबा अतर सिंह जी ते बुढ़े हो गए, कहते मैनू संत चकला वेलना फड़ा गया ही लंगर का, जिदन मैं शरीर त्यागा उदन भी लंगर पका के बरता के छका के शरीर छड़ा। ਇਹੋ ਜਿਹੇ सेवादार ਹੁਣ ਤਾਂ ਅਸੀਂ ਆਪਣੀਆਂ 2 रोटियां पकाने वास्ते भी कहने हैं कि कोई ना कोई चाहिए नौकर चाकर, ਜਾਂ लड़की उत्थे ब्याहीए जिथे कोई देर जेठ ना हो, ਧੀਏ ਦੀ रोटी ना पकानी पे। ਤੇ बुढ़े बुढ़िया तो बहुत औखा हो गया रोटी पका के देनी। अज वो टेप सुनते जी कि 3 विचों 2 ਦੇ डिवोर्स हो रहे हैं, इन्नी डिवेलपमेंट हो रही साड़ी, मारे मोरे आनंद कारज कर लेने, और 85% बुढ़े जड़े बिरध आश्रम धक्के खा रहे हैं, अमेरिका के फॉरवर्ड देशों। पर धन गुरु नानक पातशाह का घर कैसा सी, कैसी सिक्ख्या। असीं भी आंढियां गुआढ़ियां वल देख के अपनी मर्यादा छड्डी जाने, नकलीए बन के, ना वो बन होया ना ये रहे। गज के बोलो की बनना चाहते हैं, सोच लो। हजूर ने की बनाया, असीं नहीं बन की रहे हैं, पातशाह दस रहे हैं। और आओ आन त्याग पाए एक आसर, आन मैंने होर सारियां गल्लां जो गुरमन तो उल्टिया उन्होंने त्याग के एक मालका तेरे आसरे हो गए। सारण सारण कर आए
ਤਰਾਹੇ ਤਰਾਹੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਤੇਰੀ ਸ਼ਰਨ ਵਿੱਚ ਆਏ ਹਾਂ। ਸੰਤ ਅਨੁਗ੍ਰਹਿ ਭੈ ਮਨ ਨਿਰਮਲ। ਸੰਤ ਮਹਾਂਪੁਰਖਾਂ ਦੀ ਅਨੁਗ੍ਰਹਿ ਕਿਰਪਾ ਬਖਸ਼ਿਸ਼ ਦੁਆਰਾ ਮਨ ਨਿਰਮਲ ਹੁੰਦਾ, ਕਿਉਂਕਿ ਨਿਰਮਲ ਪੁਰਖਾਂ ਕੋਲ ਬੈਠਾਂਗੇ ਨਿਰਮਲਤਾ ਹੀ ਮਿਲੇਗੀ। ਚੋਰਾਂ ਕੋਲ ਬਹਿ ਕੇ ਚੋਰੀ ਮਿਲੇਗੀ, बदमाशों को वह बदमाशी मिलेगी, डाकुओं को वह डकैती मिलेगी, जुआरियों को जुएबाजी मिलेगी। ਜਿਹੜੇ ਕਰੈਕਟਰ ਲੈਸ ਹੈ ਉਹਨਾਂ ਹੀ ਸੰਗਤ ਕਰਕੇ ਭੀਸ਼ ਪਿਤਾਮਾ ਬਾਬਾ ਦੀਪ ਸਿੰਘ ਕਿੱਥੋਂ ਬਣ ਜਾਓਗੇ? ਉਹੋ ਜਿਹਾ ਜੀਵਨ ਬਣਨਾ। ਪਰ ਜਿਹੜੇ ਸੰਤ ਮਹਾਂਪੁਰਖ ਆਤਮਾ ਗਿਆਨੀ ਨਾਮ ਦੀ ਕਮਾਈ ਸੇਵਾ ਸਿਮਰਨ ਦੇ ਪਹੁੰਚਿਆ, ਉਹਨਾਂ ਦੀ ਸੇਵਾ ਕਰਾਂਗੇ ਮਨ ਨਿਰਮਲ ਹੋ ਜਾਏਗਾ, ਪਵਿੱਤਰ ਹੋ ਜਾਏਗਾ। ਪਵਿੱਤਰ ਪੁਰਖਾਂ ਦੀ ਸੰਗਤ ਨਹੀਂ ਮਨ ਪਵਿੱਤਰ ਹੋਏਗਾ। ਜਿਹੋ ਜਿਹੇ ਟੀਚਰ ਕੋਲ ਬੈਠਾਂਗੇ ਉਹੋ ਜਿਹੀ ਵਿਦਿਆ ਉਹ ਪੜ੍ਹਾ ਦੇਗਾ। ਉਹ ਗੁਰੂ ਕੋ ਜਾਓਗੇ ਪੁੱਠੀ ਮਾਤ ਦੇਗਾ। ਇਹ ਚੰਗੇ ਉਸਤਾਦ ਕੋ ਜਾਵਾਂਗੇ ਦੁਨਿਆਵੀ ਸਿੱਖਿਆ। ਪਰਮਾਰਥੀ ਪੁਰਖਾਂ ਦੀ ਸੰਗਤ ਕਰਾਂਗੇ, ਰੂਹਾਨੀਅਤ ਦੇ ਭੇਦ ਜਿਹੜੇ ਆ ਉਹ ਪ੍ਰਾਪਤ ਹੋਣਗੇ। ਨਾਨਕ ਹਰ ਗੁਣ ਗਾਏ। ਜਦੋਂ ਹਰੀ ਦੇ ਗੁਣ ਗਾਵਾਂਗੇ, ਸੇਵਾ ਸਿਮਰਨ ਕਰਾਂਗੇ, ਮਨ ਪਵਿੱਤਰ ਹੋ ਜਾਏਗਾ। ਇਹ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਸਾਰ ਅੰਸ਼ ਹੈ। ਜਿੱਥੋਂ ਮਰਜ਼ੀ ਸੁਣ ਲਓ ਤੇ ਰਿਜ਼ਲਟ ਇੱਕੋ ਹੀ ਹੈ। ਜਿਵੇਂ ਉਹ ਕੰਪਾਸ ਸੂਈ ਹੁੰਦੀ ਹੈ ਦਿਸ਼ਾ ਸੂਚਕ, ਅੰਦਰੋਂ ਵਧੇ ਰਹਿਣਾ। ਇਹ ਜਿਹੜੀ ਬਾਣੀ ਹੈ ਗੁਰੂਆਂ ਦੀ, ਸੰਤਾਂ ਦੀ, ਮਹਾਂਪੁਰਖਾਂ ਦੀ, ਭਗਤਾਂ ਦੀ, ਇਹਦਾ ਇਸ਼ਾਰਾ ਉਸੇ ਪਾਸੇ ਹੈ। ਜਿੱਥੋਂ ਮਰਜ਼ੀ ਵਿਚਾਰ ਲੈ ਲਓ। ਬਾਬਾ ਗੁਰਮੁਖ ਸਿੰਘ ਜੀ ਨੂੰ ਕਹਿਣ ਲੱਗੇ ਮਹਾਰਾਜ ਜਿਹਨੂੰ ਸਿੱਖ ਕਹਿੰਦੇ ਉਹਦਾ ਦਰਸ਼ਨ ਕਰਾਓ। ਉਹਨੇ ਆਪਣੇ ਹੱਥਾਂ ਨੇ ਇੱਕ ਚਿੱਠੀ ਲਿਖੀ ਸੰਤ ਝੰਡਾ ਸਿੰਘ ਜੀ ਨੂੰ। ਕਹਿੰਦੇ ਇੰਨੇ ਟਰੱਕ ਬਜਰੀ ਦੇ, ਸੀਮਿੰਟ ਦੇ, ਰੇਤੇ ਦੇ, ਇੰਨਾ ਲੋਹਾ, ਫਲਾਨੀ ਫਲਾਨੀ ਚੀਜ਼ ਲੈ ਕੇ ਫਲਾਨੇ ਦਿਨ ਮੁਕਤਸਰ ਸਾਹਿਬ ਹਾਜ਼ਰ ਹੋ। ਉੱਥੇ ਮਹਾਰਾਜ ਸਥਾਨ ਦੀ ਸੇਵਾ ਚੱਲ ਰਹੀ ਹੈ। ਲੈ ਕੇ ਆ ਗਏ ਚਿੱਠੀ ਵੀ ਜੇਬ 'ਚ ਹੀ ਹੈ। ਮਹਾਂਪੁਰਖੋ ਆਪ ਜੀ ਦੇ ਪਵਿੱਤਰ ਹਸਤ ਕਮਲਾਂ ਦਾ ਲਿਖਿਆ ਹੋਇਆ ਪੱਤਰ ਦਾਸ ਨੂੰ ਆਪ ਜੀ ਦੇ ਸੇਵਾਦਾਰ ਵੱਲੋਂ ਮਿਲਿਆ ਕਿ ਹੁਕਮ ਦੇ ਮੁਤਾਬਕ ਸਾਰੀ ਸਮੱਗਰੀ, ਸਾਰਾ ਸਮਾਨ ਹਾਜ਼ਰ ਹੈ। ਕੀ ਹੁਕਮ ਹੈ? ਕਹਿੰਦੇ ਹੁਣ ਤੂੰ ਬਹੁਤ ਹੰਕਾਰੀ ਹੋ ਗਿਆ, ਬਹੁਤ ਅਮੀਰ ਹੋ ਗਿਆ। ਇੱਥੇ ਦਸਮ ਪਾਤਸ਼ਾਹ ਦੇ ਘਰ 'ਚ ਕੋਈ ਨਹੀਂ। ਸਾਨੂੰ ਆ ਕੇ ਦੱਸਣ ਲੱਗ ਪਿਆ ਇੰਨਾ ਸਮਾਨ ਮੈਂ ਲੈ ਕੇ ਆਇਆ, ਕੱਲ ਦੌੜ ਜਾ, ਜਿਵੇਂ ਲਿਆ ਇਵੇਂ ਵਾਪਸ ਲੈ ਜਾ। ਉਹ ਜਿਹੜਾ ਪ੍ਰੇਮੀ ਪੱਤਰ ਲੈ ਕੇ ਉਹਨੇ ਕਿਹਾ ਤੁਹਾਡੀ ਜੇਬ 'ਚ ਪੱਤਰ ਹੈ, ਦਿਖਾਓ। ਮਹਾਰਾਜ ਤੁਸੀਂ ਆਪੇ ਹੀ ਤਾਂ ਹੁਕਮ ਭੇਜਿਆ। ਉਹਨੇ ਗੱਲ 'ਚ ਪੱਲਾ ਪੈਣ, ਮਹਾਂਪੁਰਖੋ ਇਹ ਝੰਡੇ ਬੁੱਧੂ ਨੂੰ ਕੋਈ ਅਕਲ ਨਹੀਂ, ਇਹਨੂੰ ਸਮੱਤ ਬਖਸ਼ੋ, ਗਲਤੀ ਹੋਈ ਮਾਫ਼ ਕਰ ਦਿਓ। ਤੇ ਜੇ ਸਾਡੇ ਵਰਗਾ ਹੁੰਦਾ ਉਵੇਂ ਮੁੜ ਗਿਆ। ਬਾਅਦ 'ਚ ਤਾੜੀ ਮਾਰ ਕੇ ਹੱਸੇ, ਕਹਿੰਦੇ ਦੇਖ ਲਿਆ ਸਿੱਖ ਕਿਹਨੂੰ ਕਹਿੰਦੇ ਆ? ਇਹਦਾ ਨਾਂ ਸਿੱਖ ਆ। ਜੀਵਤ ਭਾਵ ਹੰਕਾਰ ਤੋਂ ਮਰਨਾ, ਆਪਣੀ ਹੋਂਦ ਮਿਟਾ ਲੈਣੀ। ਅੱਜ ਅਸੀਂ ਤਾਂ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੇ ਤੇ ਨਿੰਦਿਆ ਉਹਨਾਂ ਲੋਕਾਂ ਦੀ ਅਸੀਂ ਕਰਦੇ ਹਾਂ। ਆਪ ਨੰਦੇ ਚੁਰੂ ਭਰ ਪਾਣੀ ਤੇ ਨਿੰਦੇ ਜੇ ਗੰਗਾ ਆਨੀ। ਜਿਨ੍ਹਾਂ ਲੋਕਾਂ ਨੇ ਰੋਮ ਰੋਮ, ਸਵਾਸ ਸਵਾਸ ਸੇਵਾ ਸਿਮਰਨ 'ਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਕਲਗੀਆਂ ਵਾਲੇ ਪਾਤਸ਼ਾਹ ਦੇ ਲੇਖੇ ਲਾਇਆ ਹੋਇਆ, ਐਸੇ ਉਹ ਗੁਰਮੁਖ ਹੈ। ਸੋ ਇਸ ਵਾਸਤੇ ਉਹਨਾਂ ਦੇ ਜੀਵਨਾਂ ਤੋਂ ਕੋਈ ਸੇਧ ਲਈਏ, ਸਾਨੂੰ ਸਮੱਤ ਮਿਲੇ, ਸ਼ਾਇਦ ਮਹਾਰਾਜ ਸਾਡੀ ਵੀ ਕਲਿਆਣ ਕਰ ਦੇਵੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪ੍ਰਬੰਧਕਾਂ ਦਾ, ਸੰਗਤਾਂ ਦਾ, ਔਰ ਗਿਆਨੀ ਸਿੰਘ, ਰਾਗੀ ਸਿੰਘ, ਗ੍ਰੰਥੀ ਸਿੰਘ, ਲੰਗਰੀ, ਸਮੂਹ ਸੇਵਾਦਾਰ, ਸਾਰੀਆਂ ਸੰਗਤਾਂ ਦਾ ਭਾਜੀ ਬਹੁਤ ਬਹੁਤ ਧੰਨਵਾਦ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਬੇਬੇ ਨਾਨਕ ਜੀ, ਜਗਤ ਮਾਤਾ ਸੁਲੱਖਣੀ ਜੀ ਕਿਰਪਾਲਤਾ ਕਰਨ। ਆਪਣੇ ਚਰਨਾਂ ਦਾ ਪਿਆਰ, ਸਿੱਖੀ ਦਾਨ, ਨਾਮ ਦਾਨ, ਭਰੋਸਾ, ਤੰਦਰੁਸਤੀ ਬਖਸ਼ਿਸ਼ ਕਰਨ।
वाहिगुरू जी का खालसा वाहिगुरू जी की फतेह। सतनाम श्री वाहिगुरू।